ਕੱਲ੍ਹ ਆਲ ਅਕਰੋਸ ਦ ਕੰਟਰੀ 472 ਨਵੇਂ ਕੇਸ ਰਿਪੋਰਟ ਕੀਤੇ ਗਏ ਅਤੇ ਆਲ ਓਵਰ ਦ ਕੰਟਰੀ 63 ਮੌਤਾਂ ਦਾ ਵੀ ਖੁਲਾਸਾ ਕੀਤਾ ਗਿਆ। ਕੈਨੇਡਾ ਦੇ ਵਿੱਚ ਹੁਣ ਟੋਟਲ ਕੇਸਿਸ ਦੀ ਗਿਣਤੀ 97,125 ਹੋ ਚੁੱਕੀ ਹੈ, ਜਿਹਦੇ ਵਿੱਚੋਂ 56,639 ਠੀਕ ਵੀ ਹੋ ਗਏ ਨੇ। ਹਾਂਜੀ, ਤੇ ਵਿਜੇ ਜੇ BC ਦੀ ਗੱਲ ਕਰੀਏ ਤਾਂ ਕੱਲ 12 ਨਵੇਂ ਮਾਮਲੇ ਸਾਹਮਣੇ ਆਏ ਨੇ ਜੀ। ਤੇ ਹੁਣ ਕੁੱਲ ਮਾਮਲਿਆਂ ਦੀ ਸੰਖਿਆ ਜਿਹੜੀ ਆ ਉਹ 2680 ਹੋ ਗਈ ਹੈ ਤੇ ਕੋਈ ਨਵੀਂ ਡੈਥ ਰਿਪੋਰਟ ਨਹੀਂ ਕੀਤੀ ਗਈ। 5th ਡੇ ਇਨ ਰੋ, ਪੰਜਵਾਂ ਦਿਨ ਹੋ ਗਿਆ ਤੇ 185 ਹੁਣ ਐਕਟਿਵ ਮਾਮਲੇ ਨੇ, ਕਿਉਂਕਿ 2328 ਲੋਕ ਹੁਣ ਦੁਬਾਰਾ ਰਿਕਵਰ ਕਰ ਚੁੱਕੇ ਨੇ ਤੇ ਉਹ ਤੰਦਰੁਸਤ ਹੋ ਗਏ ਨੇ ਜੀ। ਤੇ ਇਹਨਾਂ ਦੇ ਵਿੱਚੋਂ 185 ਜਿਹੜੇ ਐਕਟਿਵ ਕੇਸਿਸ ਨੇ ਉਹਨਾਂ ਵਿੱਚੋਂ 12 ਲੋਕ ਹੁਣ ਹਸਪਤਾਲ 'ਚ ਨੇ ਤੇ ਉਹਨਾਂ ਦੇ ਵਿੱਚੋਂ ਸਿਰਫ 4 ਹੀ ਹੁਣ ICU ਦੇ ਵਿੱਚ ਨੇ। ਹੁਣ ਜਿਹੜੇ ਕੱਲ੍ਹ ਨਵੇਂ 12 ਕੇਸਿਸ ਰਿਪੋਰਟ ਕੀਤੇ ਗਏ ਨੇ ਉਹਨਾਂ ਚੋਂ 8 ਨੇ ਫਰੇਜ਼ਰ ਹੈਲਥ ਦੇ ਰੀਜਨ 'ਚ, 4 ਨੇ ਵੈਨਕੂਵਰ ਕੋਸਟਲ ਹੈਲਥ ਦੇ ਵਿੱਚ। ਸੋ ਵੈਨਕੂਵਰ ਆਈਲੈਂਡ ਤੇ ਇੰਟੀਰੀਅਰ ਆਲ ਕਲੀਅਰ ਨੇ, ਇੱਥੇ ਨਾ ਕੋਈ ਐਕਟਿਵ ਕੇਸਿਸ ਨੇ, ਕੋਈ ਨਵਾਂ ਕੇਸ ਵੀ ਨਹੀਂ ਆਇਆ, ਨੈਚੁਰਲੀ ਨਵਾਂ ਨਹੀਂ ਆਇਆ ਤੇ ਐਕਟਿਵ ਵੀ ਨਹੀਂ ਹੈਗੇ। ਜਿਹੜੇ ਐਕਟਿਵ ਕੇਸਿਸ 185 ਹੈਗੇ ਵੀ ਨੇ ਉਹਨਾਂ ਦੇ ਵਿੱਚੋਂ 185 ਚੋਂ 113 ਫਰੇਜ਼ਰ ਹੈਲਥ ਰੀਜਨ ਦੇ ਨੇ, 71 ਵੈਨਕੂਵਰ ਕੋਸਟਲ ਹੈਲਥ ਦੇ ਨੇ ਤੇ ਇੱਕ ਕੇਸ ਹੈ ਨਾਰਦਰਨ ਹੈਲਥ ਦੇ ਵਿੱਚ, ਉਹ ਵੀ ਬੰਦਾ ਹਸਪਤਾਲ 'ਚ। ਬਿਲਕੁਲ। ਤੇ ਵਿਜੇ ਤੁਸੀਂ ਦੱਸਿਆ ਕਿ ਕੱਲ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ, ਸਿਰਫ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਕਿਉਂਕਿ 1:30 ਵਜੇ ਪ੍ਰੀਮੀਅਰ ਜੌਨ ਹੌਰਗਨ ਨੇ ਉਹਨਾਂ ਨੇ ਪ੍ਰੈਸ ਬਰੀਫਿੰਗ ਕੀਤੀ ਸੀ ਆਪਣੀ, ਤੇ ਜਿਸ ਦਿਨ ਪ੍ਰੀਮੀਅਰ ਆਪ ਬਰੀਫਿੰਗ ਕਰਦੇ ਨੇ ਉਸ ਦਿਨ ਅਸੀਂ ਦੇਖਿਆ ਕਿ ਇਨ ਦ ਪਾਸਟ ਐਜ਼ ਵੈਲ ਉਦੋਂ ਜਿਹੜੀ ਡਾਕਟਰ ਬੌਨੀ ਹੈਨਰੀ ਤੇ ਏਡਰੀਅਨ ਡਿਕਸ ਦੀ ਜਿਹੜੀ ਬਰੀਫਿੰਗ ਹੈ ਉਹ ਨਹੀਂ ਹੁੰਦੀ ਤੇ ਕੱਲ ਜੌਨ ਹੌਰਗਨ ਨੇ ਪ੍ਰੈਸ ਬਰੀਫਿੰਗ ਕੀਤੀ ਤੇ ਉਹਨਾਂ ਦੇ ਵਿੱਚ ਜੋ ਕਿ ਐਕਸਪੈਕਟਡ ਸੀ, ਉਹਨਾਂ ਨੇ BC ਦੀ ਜਿਹੜੀ ਐਮਰਜੈਂਸੀ ਹੈ, ਸਟੇਟ ਆਫ ਐਮਰਜੈਂਸੀ, ਐਕਸਟੈਂਡ ਕਰ ਦਿੱਤੀ, ਉਹਨੂੰ 23 ਜੂਨ ਤੱਕ ਐਕਸਟੈਂਡ ਕਰ ਦਿੱਤਾ, ਕਿਉਂਕਿ 2 ਹਫ਼ਤੇ ਹੀ ਇੱਕ ਸਮੇਂ ਤੇ 2 ਹਫ਼ਤੇ ਤੋਂ ਜ਼ਿਆਦਾ ਸਮੇਂ ਲਈ ਉਹਨੂੰ ਐਕਸਟੈਂਡ ਨਹੀਂ ਕੀਤਾ ਜਾ ਸਕਦਾ, ਕਿਉਂਕਿ ਆਪਾਂ 18 ਮਾਰਚ ਤੋਂ ਦੇਖ ਰਹੇ ਹਾਂ ਕਿ 2-2 ਹਫ਼ਤਿਆਂ ਦੇ ਕਰਕੇ ਪੀਰੀਅਡਸ ਦੇ ਲਈ ਇਸ ਐਮਰਜੈਂਸੀ ਨੂੰ ਐਕਸਟੈਂਡ ਕੀਤਾ ਜਾ ਰਿਹਾ। ਤੇ ਵਿਜੇ ਉਹਦੇ ਵਿੱਚ 2-3 ਉਹਨਾਂ ਨੇ ਬੜੀਆਂ ਆਪਟੀਮਿਸਟਿਕ, ਬਹੁਤ ਪੋਜ਼ੀਟਿਵ ਗੱਲਾਂ ਵੀ ਕੀਤੀਆਂ ਪ੍ਰੀਮੀਅਰ ਹੌਰਗਨ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਇੱਕ ਪ੍ਰਪੋਜ਼ਲ ਸੀਗਾ ਟੂ ਮੇਕ ਵੈਨਕੂਵਰ ਅ ਹਬ ਸਿਟੀ ਫॉर NHL, ਉਹਨੂੰ ਡਾਕਟਰ ਬੌਨੀ ਹੈਨਰੀ ਦਾ ਅਪਰੂਵਲ ਮਿਲ ਗਿਆ। ਸੋ ਆਈ ਵਾਜ਼ ਜਸਟ ਟਾਕਿੰਗ ਟੂ ਸ਼ੁਭਮ ਅਬਾਊਟ ਦਿਸ ਤੇ ਉਹ ਦੱਸ ਰਹੇ ਸੀ, ਕਹਿੰਦੇ ਕਿ ਇਸ ਵੇਲੇ ਰੋਸਟਰ ਤੇ 24 ਟੀਮਸ ਨੇ ਜੋ ਐਕਟਿਵ ਨੇ। ਸੋ ਇਸ ਪ੍ਰਪੋਜ਼ਲ ਦੇ ਤਹਿਤ ਹੋ ਸਕਦਾ ਹੈ ਕਿ ਵੈਸਟਰਨ ਕਾਨਫਰੰਸ ਦੀ ਜਿਹੜੀ ਹਬ ਸਿਟੀ ਹੈ ਉਹ ਵੈਨਕੂਵਰ ਬਣ ਜਾਵੇ, ਜਿਹਦੇ ਤਹਿਤ 12 ਟੀਮਸ ਜਿਹੜੀਆਂ ਨੇ ਉਹ ਵੈਨਕੂਵਰ ਦੇ ਵਿੱਚ ਇੱਥੇ ਕੈਨਕਸ ਦੇ ਸਟੇਡੀਅਮ ਦੇ ਵਿੱਚ ਆ ਕੇ ਖੇਡਣਗੀਆਂ। ਤੇ ਉਹਦੇ ਨਾਲ ਅਸੀਂ ਜਾਣਦੇ ਹਾਂ ਕਿ ਸਪੋਰਟਸ ਇਜ਼ ਪ੍ਰੋਬਬਲੀ ਦ ਬੈਸਟ ਥਿੰਗ ਦੈਟ ਕੈਨ ਹੈਪਨ ਟੂ ਇਕੋਨਮੀ, ਤੇ ਸਪੈਸ਼ਲੀ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਜਦੋਂ ਇੱਕ ਸਿਟੀ ਦੇ ਵਿੱਚ ਆ ਕੇ ਇੰਨੀਆਂ ਸਾਰੀਆਂ ਟੀਮਸ ਖੇਡਦੀਆਂ ਨੇ ਤੇ ਇਹ ਜੇ ਡਿਸਾਈਡ ਨਹੀਂ ਹੋਇਆ ਕਿ 12 ਦੀਆਂ 12 ਟੀਮਸ ਆਉਣਗੀਆਂ, ਬਟ ਮੋਸਟ ਲਾਈਕਲੀ ਇਟ ਵਿਲ ਬੀ 12 ਟੀਮਸ, ਤੇ ਉਹ ਜਦੋਂ ਇੱਥੇ ਆ ਕੇ ਰਹਿਣਗੀਆਂ ਉਹਨੂੰ ਇਕੋਨਮੀ ਨੂੰ ਜੋ ਹੁੰਗਾਰਾ ਮਿਲਣਾ ਉਹਦੇ ਨਾਲ, ਇਹ ਬਹੁਤ ਇੱਕ ਪੋਜ਼ੀਟਿਵ ਸਾਈਨ। ਉਹ ਵੀ ਵੈਸੇ ਨਾ ਇੱਕ ਬੜਾ ਮਿਊਟਿਡ ਕਿਸਮ ਦਾ ਹੁੰਗਾਰਾ ਹੀ ਹੋਣਾ, ਕਿਉਂਕਿ ਜੇ ਅਸੀਂ ਪਹਿਲਾਂ ਜੇ ਪ੍ਰੀ ਪੈਂਡੈਮਿਕ ਡੇਜ਼ ਦੇ ਇਸ ਤਰ੍ਹਾਂ ਦੇ ਟੂਰਨਾਮੈਂਟਸ ਨੂੰ ਕੰਪੇਅਰ ਕਰੀਏ ਜਦੋਂ ਜਿਹੜੇ ਸਿਟੀ 'ਚ ਹੁੰਦੇ ਸੀ, ਕਿਉਂਕਿ ਸਪੈਕਟੇਟਰਸ ਮੌਜੂਦ ਨਹੀਂ ਹੋਣਗੇ ਉੱਥੇ, ਫੈਨਸ ਨਹੀਂ ਹੋਣਗੇ ਸਟੇਡੀਅਮ ਦੇ ਵਿੱਚ, ਖਾਲੀ ਸਟੇਡੀਅਮ 'ਚ ਗੇਮ ਖੇਡੀ ਜਾਣੀ ਹੈ। ਸੋ ਫਰੋਮ ਦਾ ਫੈਨਸ ਪੁਆਇੰਟ ਆਫ ਵਿਊ ਲੋਕਾਂ ਨੇ ਤਾਂ TV 'ਤੇ ਹੀ ਵੇਖਣੀ ਹੈ, ਪਰ ਗੱਲ ਇਹ ਆ ਕਿ NHL ਦੇ ਪੁਆਇੰਟ ਆਫ ਵਿਊ ਤੋਂ ਉਹ ਕਿਸੇ ਅਜਿਹੀ ਸਿਟੀ ਦੇ ਵਿੱਚ ਖੇਡਣਾ ਚਾਹਣਗੇ ਜਿੱਥੇ ਉਹਨਾਂ ਨੂੰ ਪਤਾ ਹੈ ਇਨਫਰਾਸਟਰਕਚਰ ਵੀ ਹੈਗਾ, ਜਿੱਥੇ ਨੰਬਰ ਆਫ ਕੋਵਿਡ ਕੇਸਿਸ ਵੀ ਘੱਟ ਨੇ, ਪਬਲਿਕ ਟੈਸਟਿੰਗ ਦਾ ਸਿਸਟਮ ਠੀਕ ਠਾਕ ਹੈ, ਵਧੀਆ ਹੈ, ਸਹੂਲਤਾਂ ਚੰਗੀਆਂ ਨੇ। ਸੋ ਉਹਨਾਂ ਸਾਰੇ ਪੈਮਾਨਿਆਂ ਦੇ ਉੱਪਰ BC ਬਹੁਤ ਵਧੀਆ ਉਸ ਕਸੌਟੀ 'ਤੇ ਖਰਾ ਉਤਰਦਾ, ਕਿਉਂਕਿ ਹੁਣ ਨੰਬਰ ਆਫ ਕੇਸਿਸ ਦੇ ਵਿੱਚ ਕਟੌਤੀ ਹੋ ਚੁੱਕੀ ਆ ਅਤੇ ਇੱਥੇ ਸਹੂਲਤਾਂ ਵੀ ਹੈਗੀਆਂ ਨੇ। ਰੋਜਰਸ ਅਰੀਨਾ ਇਜ਼ ਅ ਵਰਲਡ ਕਲਾਸ ਹਾਕੀ ਫੈਸਿਲਿਟੀ, ਅਤੇ ਨਾਲ ਹੀ ਪਹਿਲਾਂ ਕੰਪੀਟੀਸ਼ਨ ਦੀ ਜੇ ਗੱਲ ਆਉਂਦੀ ਸੀ ਨਾ, ਉਹ ਕਹਿੰਦੇ ਸੀ ਵੀ ਲਾਸ ਵੇਗਸ ਨੇ ਸ਼ਾਇਦ ਵੈਨਕੂਵਰ ਨੂੰ ਮਾਤ ਪਾ ਦੇਣੀ ਹੈ। ਵੈਸੇ ਹੀ BC ਵੱਲੋਂ ਇਹ ਕਹਿ ਦਿੱਤਾ ਗਿਆ ਸੀ ਅਸੀਂ ਆਪਣੇ ਰੂਲਸ ਨਹੀਂ ਬੈਂਡ ਕਰਨੇ NHL ਵਾਸਤੇ, ਪਰ ਮੇਰੇ ਖਿਆਲ ਹੁਣ ਕੇਸਿਸ ਦਾ ਜਿਹੜਾ ਹੁਣ ਦਾ ਰੁਝਾਨ ਹੈ ਇਹਨੂੰ ਵੇਖਦੇ ਹੋਏ ਡਾਕਟਰ ਬੌਨੀ ਹੈਨਰੀ ਨੇ ਇੱਕ ਉਹ ਜਿਹੜਾ ਹੈਲਥ ਆਰਡਰ ਸੀ ਉਹ ਕੱਲ੍ਹ ਸਾਈਨ ਕਰ ਦਿੱਤਾ ਕਿ ਠੀਕ ਹੈ ਜੀ NHL ਵਾਲੇ ਇੱਥੇ ਆ ਸਕਦੇ ਨੇ। ਅਤੇ ਹੁਣ ਜਿਸ ਹਿਸਾਬ ਨਾਲ USA ਦੇ ਵਿੱਚ ਨੰਬਰ ਆਫ ਕੇਸਿਸ ਦੇ ਵਿੱਚ ਅਜੇ ਵੀ ਵਾਧਾ ਹੋ ਰਿਹਾ, ਕੱਲ੍ਹ 2 ਮਿਲੀਅਨ ਦਾ ਅੰਕੜਾ ਪਾਰ ਹੋ ਚੁੱਕਾ ਅਮਰੀਕਾ ਦੇ ਵਿੱਚ, 1,13,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਸੋ ਹੋ ਸਕਦਾ NHL ਦਾ ਝੁਕਾਅ ਵੀ ਕੈਨੇਡਾ ਵੱਲ ਅਤੇ ਵੈਨਕੂਵਰ ਵੱਲ ਹੋ ਜਾਵੇ। ਯੈਸ, ਅਤੇ ਵਿਜੇ ਜਿਹੜੀਆਂ ਵੀ ਟੀਮਸ ਬਾਰਡਰ ਦੇ ਦੂਜੇ ਪਾਸੋਂ ਆਉਣਗੀਆਂ ਉਹਨਾਂ ਨੂੰ ਕੁਆਰੰਟੀਨ ਕਰਨਾ ਪਏਗਾ, ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਪਰ ਜਿਹੜੀ ਟੀਮ ਆ ਉਹਨੂੰ ਐਜ਼ ਅ ਬਬਲ ਟਰੀਟ ਕੀਤਾ ਜਾਏਗਾ, ਐਜ਼ ਅ ਫੈਮਿਲੀ। ਸੋ ਇਕੱਠੇ ਕੁਆਰੰਟੀਨ ਕਰ ਸਕਦੇ ਨੇ। ਇੱਕ ਟਰਮ ਚੱਲ ਰਹੀ ਹੈ ਵੀ ਕੁਆਰੰਟੀਨ ਨਹੀਂ, ਉਹ ਕੁਆਰੰਟੀਨ ਹੋ ਜਾਏਗਾ। ਯੈਸ, ਤੇ ਨਾਲ ਹੀ ਗੱਲ ਕੀਤੀ ਗਈ ਹਾਲੀਵੁੱਡ ਬਾਰੇ ਵੀ, ਤੇ ਜੌਨ ਹੌਰਗਨ ਨੇ ਵੀ ਕਿਹਾ, ਕਹਿੰਦੇ ਕਿ ਹੁਣ ਬਹੁਤ ਜਲਦ ਸਾਨੂੰ ਉਮੀਦ ਹੈ ਕਿ ਜਿਹੜੀਆਂ ਫਿਲਮ ਕਰੂਜ਼ ਹੈਗੀਆਂ they can come to Vancouver and shoot। ਪਿਛਲੇ ਹਫ਼ਤੇ ਵਰਕਸੇਫ BC ਨੇ ਮੂਵੀ ਪ੍ਰੋਡਕਸ਼ਨ ਵਾਸਤੇ ਅਤੇ ਜਿਹੜੇ ਪ੍ਰੋਡਕਸ਼ਨ ਹਾਊਸਿਸ ਨੇ ਉਹਨਾਂ ਵਾਸਤੇ ਸੇਫਲੀ ਆਪਰੇਟ ਕਰਨ ਦੀਆਂ ਗਾਈਡਲਾਈਨਸ ਵੀ ਜਾਰੀ ਕਰ ਦਿੱਤੀਆਂ। ਸੌਖਾ ਨਹੀਂ ਰਹਿਣਾ ਵਾਸੂ ਵੈਸੇ ਉਹ,
ਕਿਉਂਕਿ ਫਿਲਮ ਸੈੱਟ ਦੇ ਉੱਪਰ ਡਿਪੈਂਡਿੰਗ ਔਨ ਤੁਸੀਂ ਜਿਹੜੀ ਸ਼ੂਟ ਕਰ ਰਹੇ ਹੋ ਕੋਈ ਵੀ ਸੀਰੀਜ਼, ਉਹਦੇ ਵਿੱਚ 6 ਫੁੱਟ ਦਾ ਫਾਸਲਾ, ਪਹਿਲੀ ਗੱਲ ਤਾਂ ਇਹੀ ਮੇਨਟੇਨ ਕਰਨਾ ਮੁਸ਼ਕਲ ਹੈ ਕਿਉਂਕਿ ਤੁਹਾਡੇ ਸੀਨਸ ਕੁਝ ਇਸ ਤਰ੍ਹਾਂ ਦੇ ਨੇ, ਕੁਝ ਤੁਸੀਂ ਇਸ ਤਰ੍ਹਾਂ ਦੇ ਸਿਨੈਰੀਓਜ਼ ਉਹ 'ਚ ਦਿਖਾ ਰਹੇ ਹੋ। ਫਿਰ ਔਨ ਦਾ ਸੈੱਟ ਜਿਹੜੇ ਤੁਹਾਡੇ ਟੈਕਨੀਸ਼ੀਅਨਸ ਕੰਮ ਕਰ ਰਹੇ ਨੇ, ਜਿਹੜੇ ਮੇਕਅਪ ਆਰਟਿਸਟਸ ਨੇ, ਉਹਨਾਂ ਵਾਸਤੇ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਨੇ ਕਿ ਜਿਹੜੇ ਮੇਕਅਪ ਆਰਟਿਸਟ ਨੇ ਉਹ ਇੱਕੋ ਆਰਟਿਸਟ ਦੇ ਨਾਲ ਕੰਮ ਕਰ ਸਕੇਗਾ। ਫਿਰ ਬਹੁਤ ਸਾਰੇ ਜਿਹੜੀਆਂ ਮੂਵੀਜ਼ ਪ੍ਰੋਡਿਊਸ ਹੁੰਦੀਆਂ ਨੇ, ਉਹਦੇ 'ਚ ਇੱਕ ਤਾਂ ਕਰੂ ਇਹੋ ਜਿਹਾ ਜਿਹਨੇ ਕਿ ਰੈਗੂਲਰਲੀ ਕੰਮ ਕਰਨਾ, ਜਿਹੜਾ ਕਿ ਥਰੂ ਆਊਟ ਦਾ ਪ੍ਰੋਡਕਸ਼ਨ ਰਹਿਣਾ। ਫਿਰ ਕੁਝ ਐਕਸਟਰਾਜ਼ ਹੁੰਦੇ ਨੇ, ਕੁਝ ਅਜਿਹੇ ਕੈਰੈਕਟਰਸ ਨੇ ਜਿਨ੍ਹਾਂ ਨੇ ਸ਼ਾਇਦ 4 ਦਿਨ ਆ ਕੇ ਹੀ ਕੰਮ ਕਰਨਾ, ਉਹਨਾਂ ਦੇ ਬਾਰੇ ਵੀ ਅਲੱਗ-ਅਲੱਗ ਹਦਾਇਤਾਂ ਨੇ। ਸੋ ਇਟ ਵੋਂਟ ਬੀ ਐਜ਼ ਈਜ਼ੀ। ਯੈਸ, ਇਹ ਖਾਸ ਕਰਕੇ ਜ਼ਿਆਦਾ ਲਾਈਮਲਾਈਟ 'ਚ ਇਸ ਕਰਕੇ ਗੱਲ ਆਈ ਹੈ ਕਿਉਂਕਿ ਡੈਡਪੂਲ 2 ਦੀ ਜਦੋਂ ਸ਼ੂਟਿੰਗ ਚੱਲ ਰਹੀ ਸੀ ਤਾਂ ਇੱਕ ਕਰੂ ਮੈਂਬਰ ਇੰਜਰ ਹੋ ਗਏ ਸੀ ਅਤੇ ਹੁਣੇ ਰਿਪੋਰਟ ਆਈ ਹੈ ਕਿ ਉਹਨਾਂ ਨੇ ਹੈਲਮਟ ਨਹੀਂ ਪਾਇਆ ਹੋਇਆ ਸੀ। ਹਾਂ, ਉਹਦੀ ਡੈਥ ਹੋ ਗਈ ਸੀ। ਅਤੇ ਹਾਂ, ਉਹ ਤਾਂ ਕਰਕੇ ਕਹਿੰਦੇ ਕਿ ਇੰਜਰੀ ਹੋਈ ਜ਼ਿਆਦਾ। ਅਤੇ ਵਿਜੇ ਇੱਕ ਜਿਹੜੀ ਗੱਲ ਹੈ ਕਿ ਐਮੇਚੋਰ ਸਪੋਰਟਸ ਬਾਰੇ ਵੀ ਗੱਲ ਹੋਈ ਹੈ। ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਵੋਲੰਟੀਅਰਸ ਐਮੇਚੋਰ ਸਪੋਰਟਸ ਆਰਗੇਨਾਈਜੇਸ਼ਨਸ ਦੇ ਨਾਲ ਕੰਮ ਕਰਦੇ ਸੀ, ਐਸੋਸੀਏਸ਼ਨਸ ਦੇ ਨਾਲ, ਉਹਨਾਂ ਨੂੰ ਇੰਸ਼ੋਰੈਂਸ ਕੰਪਨੀਜ਼ ਕਵਰੇਜ ਨਹੀਂ ਦੇ ਰਹੀਆਂ ਸੀ। ਹਾਂ, ਦੈਟਸ ਦੇ ਵਰ ਰਾਈਟ। ਰਿਫਿਊਜ਼ਿੰਗ ਟੂ ਕਵਰ ਦੈਮ। ਅਤੇ ਕੱਲ੍ਹ ਜੌਨ ਹਾਰਗਨ ਨੇ ਇਹ ਵੀ ਅਨਾਊਂਸ ਕੀਤਾ, ਕਹਿੰਦੇ ਕਿ ਇੱਕ ਸਪੈਸ਼ਲ ਐਮਰਜੈਂਸੀ ਆਰਡਰ ਇੱਕ ਪਾਸ ਕੀਤਾ ਗਿਆ। ਐਮਰਜੈਂਸੀ ਆਰਡਰ ਨਹੀਂ, ਸ਼ਾਇਦ ਇੱਕ ਬੇਸਿਕ ਇੱਕ ਗਵਰਨਮੈਂਟ ਆਰਡਰ ਹੀ ਹੈ, ਉਹ ਪਾਸ ਕੀਤਾ ਗਿਆ ਜਿਹਦੇ ਤਹਿਤ ਇਹਨਾਂ ਐਸੋਸੀਏਸ਼ਨਸ ਨੂੰ, ਖਾਸ ਕਰਕੇ ਵੋਲੰਟੀਅਰਸ ਨੂੰ, ਇੰਸ਼ੋਰੈਂਸ ਕੰਪਨੀਜ਼ ਵੱਲੋਂ ਕੀਤੀ ਜਾ ਰਹੀ ਕੋਈ ਵੀ ਲਿਟੀਗੇਸ਼ਨ ਤੋਂ ਪ੍ਰੋਟੈਕਸ਼ਨ ਦਿੱਤੀ ਜਾਏਗੀ। ਸੋ ਇਹ ਵੀ ਇੱਕ ਐਮੇਚੋਰ ਸਪੋਰਟਸ ਦੇ ਲਈ ਇੱਕ ਬਹੁਤ ਵੱਡਾ ਹੁੰਗਾਰਾ ਜੀ। ਅਤੇ ਨਾਲ ਹੀ ਜੌਨ ਹਾਰਗਨ ਨੇ ਇਹ ਵੀ ਕਿਹਾ ਕਿ ਜਿਹੜਾ ਦੇਖੋ ਡਾਕਟਰ ਬੌਨੀ ਹੈਨਰੀ ਨੇ ਕਿਹਾ ਸੀ ਜਦੋਂ ਰਿਸਟ੍ਰਿਕਸ਼ਨਸ ਹਟਾਈਆਂ ਗਈਆਂ ਸੀ ਕਿ ਸਾਨੂੰ 2 ਇਨਕਿਊਬੇਸ਼ਨ ਪੀਰੀਅਡਸ ਤੱਕ ਇੰਤਜ਼ਾਰ ਕਰਨਾ ਪੈਣਾ, ਕਿਉਂਕਿ ਮਿਡ ਮੇ ਤੋਂ ਜਦੋਂ ਤੋਂ ਥੋੜ੍ਹਾ ਰਾਹਤਾਂ ਦੇਣੀਆਂ ਸ਼ੁਰੂ ਹੋ ਗਏ ਸੀ। ਸੋ ਇਨਕਿਊਬੇਸ਼ਨ ਪੀਰੀਅਡ ਹੈ 14 ਦਿਨਾਂ ਦਾ। ਸੋ ਜਿਹੜਾ ਹੁਣ ਸੋਮਵਾਰ ਆਉਣਾ ਨੈਕਸਟ ਵੀਕ, ਉਹ ਦੂਜੇ ਇਨਕਿਊਬੇਸ਼ਨ ਪੀਰੀਅਡ ਦਾ ਵੀ ਅੰਤ ਹੋ ਜਾਣਾ ਉਦੋਂ ਤੱਕ ਜੀ। ਸੋ ਹੁਣ ਅਗਲੇ 2-3 ਦਿਨਾਂ ਦੇ ਵਿੱਚ ਕੇਸਿਸ ਦਾ ਕੀ ਰੁਝਾਨ ਰਹਿੰਦਾ, ਜਿਸ ਹਿਸਾਬ ਨਾਲ ਹੁਣ ਸਿਚੁਏਸ਼ਨ ਹੈਗੀ ਆ, ਚਾਂਸਿਸ ਇਹ ਪ੍ਰਤੀਤ ਹੋ ਰਹੇ ਨੇ ਕਿ ਅਗਲੇ ਹਫਤੇ ਜਿਹੜਾ ਨੈਕਸਟ ਫੇਜ਼ ਹੈ ਰੀਓਪਨਿੰਗ ਦਾ, ਫੇਜ਼ 3, ਉਹਦੇ ਬਾਰੇ ਵੀ ਹੋਰ ਸਪਸ਼ਟ ਅਤੇ ਪੁਖਤਾ ਐਲਾਨ ਹੋ ਸਕਦੇ ਨੇ। ਯੈਸ। ਅਤੇ ਵਿਜੇ ਨਾਲ ਹੀ ਬਹੁਤ ਦੇਰ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਰੋਡ ਟੈਸਟ ICBC ਦੇ ਕਦੋਂ ਸ਼ੁਰੂ ਹੋਣਗੇ। ਸੋ ਰੋਡ ਟੈਸਟ ਹੁਣ ਫੇਜ਼ਡ ਮੈਨਰ ਦੇ ਵਿੱਚ ਸ਼ੁਰੂ ਤਾਂ ਹੋ ਰਹੇ ਨੇ, ਪਰ ਪਹਿਲੇ ਫੇਜ਼ ਦੇ ਵਿੱਚ ਸਿਰਫ ਕਮਰਸ਼ੀਅਲ ਰੋਡ ਟੈਸਟ ਨੇ। ਇਹ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਸੀ, ਬਹੁਤ ਸਾਰੇ ਲੋਕ ਇਹ ਲਿਖ ਰਹੇ ਨੇ ਕਿ ICBC ਦੇ ਹੁਣ ਰੋਡ ਟੈਸਟ ਸ਼ੁਰੂ ਹੋ ਗਏ। ਹਾਂ, ਅਤੇ ਇਹ ਅਜੇ ਕਮਰਸ਼ੀਅਲ ਰੋਡ ਟੈਸਟ ਸ਼ੁਰੂ ਹੋਏ ਨੇ, ਕਲਾਸ 1 to ਕਲਾਸ 4। ਐਗਜ਼ੈਕਟਲੀ। ਅਤੇ ਇਹ ਵਿਜੇ 11 ਜੂਨ ਤੋਂ ਅਪੁਆਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ ਅੱਜ ਤੋਂ। ਹਾਂ, ਅਤੇ ਹਾਂ, ਯੈਸ, ਦੈਟਸ ਰਾਈਟ, ਆਈ ਡਿਡਨਟ ਰੀਅਲਾਈਜ਼ ਦੈਟ। ਜੀ। ਅਤੇ 1-800-950-1498 ਇਹ ਫੋਨ ਨੰਬਰ ਹੈ। 1-800-950-1498 ਤੇ ਫੋਨ ਕਰਨਾ ਹੋਵੇਗਾ ਅਪੁਆਇੰਟਮੈਂਟ ਬੁੱਕ ਕਰਨ ਲਈ। ਅਤੇ ਵਿਜੇ ਜਿਹੜੇ ਲੋਕਾਂ ਦੇ ਰੋਡ ਟੈਸਟ, ਕਮਰਸ਼ੀਅਲ ਰੋਡ ਟੈਸਟ 17 ਮਾਰਚ ਤੋਂ 30 ਮਾਰਚ ਦੇ ਦਰਮਿਆਨ ਕੈਂਸਲ ਹੋਏ ਨੇ, ਉਹਨਾਂ ਨੂੰ ਤਰਜੀਹ ਦਿੱਤੀ ਜਾਏਗੀ ਅਪੁਆਇੰਟਮੈਂਟ ਬੁੱਕ ਕਰਨ ਦੇ ਵਿੱਚ। ਮੇਰੇ ਖਿਆਲ ਵਾਸੂ ਇੱਕ ਕਮਰਸ਼ੀਅਲ ਲਾਇਸੈਂਸਿੰਗ ਵਾਲੇ ਟੈਸਟਸ ਪਹਿਲਾਂ ਕਰਨੇ, ਆਈ ਥਿੰਕ ਉਹਦੀ ਇੱਕ ਵਜ੍ਹਾ ਇਹ ਵੀ ਹੈ, ਹੁਣ ਜਿਉਂ-ਜਿਉਂ ਇਕੋਨੋਮੀ ਖੁੱਲ੍ਹ ਗਈ, ਬਹੁਤ ਸਾਰੇ ਲੋਕਾਂ ਦੀ ਜਿਹੜੀ ਰੋਜ਼ੀ ਰੋਟੀ ਹੈ ਉਹ ਇਹਦੇ ਉੱਪਰ ਡਿਪੈਂਡ ਕਰਦੀ ਹੈ। ਕਈ ਵਿਅਕਤੀ ਕਿਉਂਕਿ ਹੁਣ ਰਾਈਡ ਹੇਲਿੰਗ ਨੂੰ ਜਿਵੇਂ ਹਰੀ ਝੰਡੀ ਮਿਲ ਗਈ ਸੀ, ਉਹਨਾਂ ਨੇ ਕਲਾਸ 4 ਦਾ ਅਨਰਿਸਟ੍ਰਿਕਟਿਡ ਲਾਇਸੈਂਸ ਲੈਣਾ ਸੀ, ਉਹਦੇ ਵਾਸਤੇ ਟੈਸਟ ਦੇਣਾ ਪੈਣਾ, ਪਰ ਹੁਣ ਟੈਸਟ ਨਹੀਂ ਦੇ ਸਕਦੇ। ਸੋ ਇੱਕ ਮੇਰੇ ਖਿਆਲ ਰੈਸ਼ਨਲ ਇਹ ਆ ਕਿ ਜਿਹੜੇ ਵਿਅਕਤੀ ਨੇ ਡੋਮੈਸਟਿਕ ਯੂਜ਼ ਵਾਸਤੇ, ਆਪਣੇ ਪਰਸਨਲ ਯੂਜ਼ ਵਾਸਤੇ ਗੱਡੀ ਚਲਾਉਣ ਲਈ ਲਾਇਸੈਂਸ ਲੈਣਾ, ਉਹਨਾਂ ਕੋਲ ਤਾਂ ਹੋਰ ਹੀਲੇ ਵਸੀਲੇ ਵੀ ਹੈਗੇ ਨੇ, ਪਰ ਜਿਨ੍ਹਾਂ ਦੀ ਰੋਜ਼ੀ ਰੋਟੀ ਇਸ ਚੀਜ਼ ਉੱਪਰ ਡਿਪੈਂਡ ਕਰਦੀ ਆ, ਉਹਨਾਂ ਵਾਸਤੇ ਬੜਾ ਮੁਸ਼ਕਲ ਹੈ। ਬਹੁਤ ਸਾਰੇ ਸਾਡੇ ਸੁਣਨ ਵਾਲੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਕਿੰਨੇ ਸਾਨੂੰ ਮੈਸੇਜਿਸ ਆਏ, ਉਹ ਕਹਿੰਦੇ ਕਿ ਜੀ ਮੈਨੂੰ ਆਪਣਾ ਲਾਇਸੈਂਸ ਅਪਗ੍ਰੇਡ ਕਰਨਾ, ਕਿਉਂਕਿ ਮੈਨੂੰ ਹੁਣ ਜੇ ਸਪੈਸ਼ਲੀ ਜਿਹੜੇ ਵਰਕ ਪਰਮਿਟ 'ਤੇ ਨੇ, ਉਹਨਾਂ ਨੇ LMIA ਅਰੇਂਜ ਕਰਨੀ ਜਾਂ ਆਪਣੇ ਅੱਗੇ PR ਅਪਲਾਈ ਕਰਨੀ ਆ, ਉਹ ਕਹਿੰਦੇ ਜੀ ਟੈਸਟ ਕਦੋਂ ਖੁੱਲ੍ਹੇਗਾ, ਨਹੀਂ ਤਾਂ ਮੈਨੂੰ ਸਾਰਾ ਕੁਝ ਮੇਰਾ ਜੋ ਸਭ ਸੈਟਅਪ ਹੈ ਉਹ ਡਾਵਾਂਡੋਲ ਹੁੰਦਾ ਪ੍ਰਤੀਤ ਹੋ ਰਿਹਾ। ਬਹੁਤ ਸਾਰੇ ਵਿਜੇ ਸਟੂਡੈਂਟਸ ਨੇ ਜਿਹੜੇ ਨਵੇਂ ਹੁਣੇ ਗ੍ਰੈਜੂਏਟ ਹੋਏ ਆ, ਉਹਨਾਂ ਨੇ ਜੌਬਸ ਦੇ ਲਈ ਅਪਲਾਈ ਕਰਨਾ, ਅਤੇ ਉਸ ਜੌਬ ਦੇ ਲਈ ਰਿਕੁਆਇਰਮੈਂਟ ਹੈ ਕਿ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਵੇ। ਹਾਂ, ਅਤੇ ਉਹ ਵੀ ਨਹੀਂ ਅਪਲਾਈ ਕਰ ਪਾ ਰਹੇ। ਪਰ ਉਹ ਕਲਾਸ 5 ਵਾਲਾ, ਹਾਂ, ਉਹ ਕਲਾਸ 5 ਵਾਲਾ, ਉਹ ਅਜੇ ਵੀ ਵੇਟ ਕਰਨੀ ਪੈਣੀ। ਸੋ ਆਈ ਥਿੰਕ ਉਹਦੇ ਬਾਰੇ ਵੀ ਛੇਤੀ ਹੋਪਫੁਲੀ ਕੋਈ ਨਾ ਕੋਈ ਅਨਾਊਂਸਮੈਂਟ ਹੋ ਜਾਏਗੀ। ਜਿਹੜਾ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ICBC ਵੱਲੋਂ, ਉਹਦੇ ਵਿੱਚ ਲਿਖਿਆ ਗਿਆ ਕਿ ਐਜ਼ ਸੂਨ ਐਜ਼ ਪੋਸੀਬਲ, ਕਹਿੰਦੇ ਕਿ ਅਗਲੇ ਫੇਜ਼ ਦੇ ਵਿੱਚ ਵੀ ਅਸੀਂ ਜਾਵਾਂਗੇ, ਉਹਦੇ ਵਿੱਚ ਜਿਹੜੇ ਨੇ ਕਲਾਸ 5 ਲਾਇਸੈਂਸਿਸ ਵੀ, ਉਹਨਾਂ ਦੇ ਰੋਡ ਟੈਸਟ ਵੀ ਸ਼ੁਰੂ ਕਰਾਂਗੇ। ਵੀਰੇ ਇੱਕ ਬਹੁਤ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਇਹਦਾ ਪੂਰੇ ਦਾ ਪੂਰਾ ਜਿਹੜਾ ਹੈ ਟੈਸਟ ਦਾ ਅਰੇਂਜਮੈਂਟ ਕਿੱਦਾਂ ਦਾ ਹੋਏਗਾ, ਕਿ ਜਿਵੇਂ ਮੋਟਰਸਾਈਕਲਸ ਦੇ ਟੈਸਟ ਹੁੰਦੇ ਨੇ ਕਿ ਕੀ ਐਗਜ਼ਾਮੀਨਰ ਇੱਕ ਵੱਖਰੀ ਕਾਰ 'ਚ ਬੈਠ ਕੇ ਐਗਜ਼ਾਮਿਨ ਕਰੇਗਾ ਡਰਾਈਵਿੰਗ ਨੂੰ, ਪਰ ਇਸ ਪ੍ਰੈਸ ਰਿਲੀਜ਼ ਦੇ ਵਿੱਚ ਸਾਫ਼ ਕੀਤਾ ਗਿਆ ਕਿ ਉਹ ਐਗਜ਼ਾਮੀਨਰ ਜਿਹੜਾ ਹੈ ਉਹ ਡਰਾਈਵਰ ਦੇ ਨਾਲ ਹੀ ਬੈਠੇਗਾ। PPE ਦੀ ਇਸਤੇਮਾਲ ਕੀਤਾ ਜਾਏਗਾ। PPE ਦਾ ਇਸਤੇਮਾਲ ਕੀਤਾ ਜਾਏਗਾ। ਇਹ ਮੈਂ ਮੈਂਸ਼ਨ ਤਾਂ ਕਰ ਰਿਹਾ ਕਿਉਂਕਿ ਉਹਨਾਂ ਨੇ ਸ਼ਰਤ ਰੱਖੀ ਹੈ ਵੀ ਫੇਜ਼ 2 ਦੇ ਵਿੱਚ ਜਾਣ ਲਈ PPE ਦੀ ਜਿਹੜੀ ਅਵੇਲੇਬਿਲਿਟੀ ਹੈ, ਕਿ ਪ੍ਰੋਟੈਕਟਿਵ ਇਕੁਇਪਮੈਂਟ ਦੀ ਜਿਹੜੀ ਸਹੂਲਤ ਹੈ ਫॉर द ਐਗਜ਼ਾਮੀਨਰਸ, ਜੇ ਉਹ ਅਵੇਲੇਬਲ ਰਹੀ
ਤੇ ਦੂਸਰਾ ਕਿ ਪਹਿਲਾ ਜਿਹੜਾ ਫੇਜ਼ ਹੈ ਉਹ ਸਕਸੈਸਫੁਲ ਰਿਹਾ, ਤਾਂ ਫਿਰ ਫੇਜ਼ 2 'ਚ ਜਾਵਾਂਗੇ। ਫੇਜ਼ 2 ਤੋਂ ਭਾਵ ਹੈ ਕਿ ਕਲਾਸ 5 ਦੇ ਜਿਹੜੇ ਰੋਡ ਟੈਸਟ ਨੇ ਉਹ ਕੀਤੇ ਜਾਣਗੇ ਸ਼ੁਰੂ। ਸੋ ਵਾਸੂ ਮੇਰੇ ਖਿਆਲ ਦੇਖੋ ਹੋਰ ਆਪਾਂ ਦੀਨ ਦੁਨੀਆ ਦੀਆਂ ਕਈ ਖਬਰਾਂ ਡਿਸਕਸ ਕਰਦੇ ਹਾਂ, ਜਿਹੜੀ ਇਹ ਖਬਰਾਂ ਇਸ ਕਰਕੇ ਜ਼ਰੂਰੀ ਨੇ, ਇਹਨੇ ਡਾਇਰੈਕਟਲੀ ਇੰਪੈਕਟ ਕਰਨਾ, ਡਾਇਰੈਕਟਲੀ ਇਹਦਾ ਅਸਰ ਹੋਣਾ ਵੀ ਆਹ ਨੰਬਰਸ ਦਾ ਮਤਲਬ ਕੀ ਹੈ, ਇਹਨਾਂ ਨੰਬਰਸ ਦੇ ਆਧਾਰ 'ਤੇ ਅੱਗੇ ਕਿਸ ਤਰ੍ਹਾਂ ਦੀਆਂ ਰਾਹਤਾਂ ਮਿਲਣਗੀਆਂ। ਜਿਹੜੇ ਬੰਦੇ ਲਾਇਸੈਂਸ ਲੈਣ ਵਾਸਤੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਨਾਲ ਗੱਲ ਕਰਕੇ ਵੇਖੋ, ਉਹ ਸੋਚਦੇ ਨੇ, ਕਈਆਂ ਨੂੰ ਐਂ ਲੱਗਦਾ ਵੀ ਹੁਣ ਜੇ ਕੇਸਿਸ ਦੇ ਵਿੱਚ ਇੰਨੀ ਠੱਲ ਪੈਣੀ ਸ਼ੁਰੂ ਹੋ ਗਈ ਆ। ਇੱਕ ਮੈਂ ਵਿਅਕਤੀ ਨਾਲ ਗੱਲ ਕੀਤੀ, ਕਹਿੰਦਾ ਜੀ ਜੇ ਇਹਨਾਂ ਨੇ ਰੀਜਨਲ ਤੌਰ 'ਤੇ ਵੀ ਓਪਨਿੰਗ ਕਰਤੀ ਨਾ, ਮੈਨੂੰ ਤਾਂ ਜੇ ਕਿਤੇ ਇੰਟੀਰੀਅਰ 'ਚ ਜਾ ਕੇ ਵੀ ਟੈਸਟ ਦੇਣਾ ਪਿਆ, ਮੈਂ ਤਾਂ ਉੱਥੇ ਜਾ ਕੇ ਵੀ ਦੇ ਆਊਂ, ਵੈਸੇ ਤਾਂ ਇੰਨੇ ਤੰਗ ਹੋਏ ਬੈਠੇ ਆ। ਸਰੀ ਦੇ ਵਿੱਚ ਤਾਂ ਵਿਜੇ ਰੋਡ ਟੈਸਟ ਇੰਨੇ ਜ਼ਿਆਦਾ ਅਪਾਇੰਟਮੈਂਟ ਲੰਮੀ ਚੱਲਦੀ ਹੈ ਕਿ ਬਹੁਤ ਸਾਰੇ ਲੋਕ ਐਜ਼ ਇਟ ਇਜ਼ ਵੀ ਕਈ ਵਰਨਨ ਜਾ ਕੇ ਮੈਂ ਸੁਣਿਆ, ਤੇ ਕਈ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਟੈਸਟ ਦੇ ਕੇ ਆਉਂਦੇ ਨੇ ਇਹਦਾ, ਇਸੇ ਵਾਸਤੇ ਕੁਕਿਟਲਮ ਬਹੁਤ ਜਾਂਦੇ, ਚਿਲਵੈਕ ਬਹੁਤ ਜਾਂਦੇ। ਪਰ ਹੁਣ ਗੱਲ ਉਹੀ ਹੈ ਨਾ ਕਿ ਹੁਣ ਜਿਹੜੇ ਟੈਸਟਸ ਬਹਾਲ ਕਦੋਂ ਹੋਣਗੇ, ਤੇ ਜਦੋਂ ਬਹਾਲ ਹੋਏ ਬੈਕਲੌਗ ਕਲੀਅਰ ਕਿਵੇਂ ਕਰਨਾ, ਉਹ ICBC ਵਾਸਤੇ ਬਹੁਤ ਵੱਡਾ ਚੈਲੰਜ ਰਹੇਗਾ।